ਕਈ ਸਾਲ ਪਹਿਲਾਂ ਇੱਕ ਕਿੰਗਡਮ ਹੋਇਆ ਕਰਦਾ ਸੀ। ਖੁਸ਼ੀਆਂ ਨਾਲ ਭਰਿਆ ਹੋਇਆ ਇੱਕ ਕਿੰਗਡਮ। ਇਸ ਕਿੰਗਡਮ ਦੇ ਕਿੰਗ ਅਤੇ ਕੁਈਨ ਦੀ ਬਸ ਇੱਕੋ ਇੱਛਾ ਸੀ ਕਿ ਉਹਨਾਂ ਦਾ ਇੱਕ ਜਵਾਕ ਹੋਵੇ। ਕਿੰਗ ਅਤੇ ਕੁਈਨ ਦੋਨੋਂ ਬੜੇ ਦਿਆਲੂ ਸੀ, ਤਾਈਓ ਤਾਂ ਉਹਨਾਂ ਨੂੰ ਭਰੋਸਾ ਸੀ ਕਿ ਉਹਨਾਂ ਦੀ ਇਹ ਇੱਛਾ ਰੱਬ ਜ਼ਰੂਰ ਪੂਰੀ ਕਰੇਗਾ। ਅਤੇ ਬਹੁਤ ਛੇਤੀ ਉਹਨਾਂ ਦੀ ਇਹ ਇੱਛਾ ਪੂਰੀ ਹੋ ਗਈ। ਉਹਨਾਂ ਦੀ ਜ਼ਿੰਦਗੀ ਵਿੱਚ ਆਈ ਇੱਕ ਪਿਆਰੀ ਧੀ। ਕੁੜੀ ਦੇ ਚਿਹਰੇ ਤੇ ਸੂਰਜ ਦੀ ਰੋਸ਼ਨੀ ਵਰਗੀ ਚਮਕ ਸੀ। ਇਸ ਕਰਕੇ ਉਹਨਾਂ ਨੇ ਉਹਦਾ ਨਾਮ ਰੱਖਿਆ ਪ੍ਰਿੰਸੈਸ ਅਰੋਰਾ, ਯਾਨੀ ਰੋਸ਼ਨੀ। ਆਪਣੀ ਖੁਸ਼ੀ ਸਾਰਿਆਂ ਨਾਲ ਵੰਡਣ ਲਈ ਉਹਨਾਂ ਨੇ ਇੱਕ ਪਾਰਟੀ ਰੱਖੀ। ਪਾਰਟੀ ਵਿੱਚ ਸਭ ਨੂੰ ਸੱਦਿਆ ਗਿਆ, ਸੁਨਹਿਰੇ ਜੰਗਲ ਵਿੱਚ ਰਹਿਣ ਵਾਲੀ ਪਰੀਆਂ ਨੂੰ ਵੀ। ਕਿੰਗ ਅਤੇ ਕੁਈਨ ਤੋਂ ਇੱਕ ਗਲਤੀ ਹੋ ਗਈ। ਉਹ ਇੱਕ ਪਰੀ ਨੂੰ ਸੱਦਣਾ ਭੁੱਲ ਗਏ। ਪੂਰੇ ਕਿੰਗਡਮ ਤੋਂ ਲੋਕੀ ਆਏ ਅਤੇ ਆਲੇ ਦੁਆਲੇ ਦੇ ਕਿੰਗਡਮ ਦੇ ਕਿੰਗਸ ਤੇ ਕੁਈਨਸ ਵੀ ਅਰੋਰਾ ਨੂੰ ਆਪਣੀ ਬਲੇਸਿੰਗਸ ਤੇ ਗਿਫਟਸ ਦੇ ਕੇ ਗਏ। ਅਤੇ ਫੇਰ ਬਾਰੀ ਆਈ 12 ਪਰੀਆਂ ਦੀ। ਉਹਨਾਂ ਨੇ ਅਰੋਰਾ ਨੂੰ ਬਹੁਤ ਐਕਸਕਲੂਸਿਵ ਗਿਫਟਸ ਦਿੱਤੇ। ਆਪਣੇ ਮੈਜਿਕ ਵਾਂਡ ਨਾਲ ਉਹਨਾਂ ਨੇ ਉਹਨੂੰ ਹਰ ਵਿਸ਼ ਪੂਰੀ ਹੋਣ ਦਾ ਗਿਫਟ ਦਿੱਤਾ। ਅਖੀਰ ਵਿੱਚ ਸਿਰਫ 3 ਪਰੀਆਂ ਬਚੀਆਂ। ਦੁਨੀਆ ਦੀਆਂ ਸਾਰੀਆਂ ਖੁਸ਼ੀਆਂ ਹਮੇਸ਼ਾ ਤੈਨੂੰ ਮਿਲਣ। ਤੂੰ ਹਮੇਸ਼ਾ ਹੀ ਖੁਸ਼ ਰਹੇਂਗੀ। ਗਮ ਤੇਰੇ ਨੇੜੇ ਤੇੜੇ ਵੀ ਨਹੀਂ ਆਵੇਗਾ। ਜਿਵੇਂ ਹੀ ਆਖਰੀ ਪਰੀ ਦੀ ਬਾਰੀ ਆਈ, ਕੁਝ ਅਜੀਬ ਹੋਇਆ। ਹਰ ਪਾਸੇ ਹਰੇ ਰੰਗ ਦਾ ਧੂਆਂ ਫੈਲਣ ਲੱਗਿਆ। ਅਤੇ ਧੂਏ ਵਿੱਚੋਂ ਨਿਕਲੀ ਇੱਕ ਕਾਲੀ ਪਰੀ। ਕਿੰਗ ਨੇ ਪੁੱਛਿਆ, ਇਹ ਕੌਣ ਹੈ ਜਿਹਨੇ ਸੈਲੀਬ੍ਰੇਸ਼ਨ ਨੂੰ ਰੋਕ ਦਿੱਤਾ? 3 ਪਰੀਆਂ ਨੇ ਦੱਸਿਆ, ਇਹ ਡਾਢੇ ਦਿਲ ਵਾਲੀ ਪਰੀ ਹੈ। ਮਹਾਰਾਜ, ਤੁਸੀਂ ਤਾਂ ਸਾਰਿਆਂ ਨੂੰ ਬੁਲਾਇਆ ਸੀ ਪਾਰਟੀ ਵਿੱਚ, ਇਸ ਕਿੰਗਡਮ ਦੇ ਇੱਕ ਬੰਦੇ ਨੂੰ ਤੇ ਬਾਹਰੋਂ ਆਪਣੇ ਦੋਸਤਾਂ ਨੂੰ ਤੇ ਇਹਨਾਂ ਪਰੀਆਂ ਨੂੰ ਵੀ, ਪਰ ਮੈਨੂੰ ਨਹੀਂ ਬੁਲਾਇਆ। ਕਿੰਗ ਨੇ ਕਾਲੀ ਪਰੀ ਤੋਂ ਮਾਫੀ ਮੰਗੀ। ਖੈਰ, ਮੈਂ ਆ ਹੀ ਗਈ ਹਾਂ ਤਾਂ ਪ੍ਰਿੰਸੈਸ ਨੂੰ ਗਿਫਟ ਦਿੱਤੇ ਬਿਨਾਂ ਕਿਵੇਂ ਜਾਵਾਂਗੀ? ਪ੍ਰਿੰਸੈਸ ਦੀ ਜ਼ਿੰਦਗੀ ਪਿਆਰ ਅਤੇ ਦੌਲਤ ਨਾਲ ਭਰਪੂਰ ਹੋਵੇਗੀ। ਪਰ ਆਪਣੇ 16ਵੇਂ ਜਨਮ ਦਿਨ ਤੇ ਸੂਰਜ ਡੁੱਬਣ ਤੋਂ ਪਹਿਲਾਂ ਪ੍ਰਿੰਸੈਸ ਨੂੰ ਇੱਕ ਸੂਈ ਚੁੱਭੇਗੀ ਅਤੇ ਉਹਦੀ ਮੌਤ ਹੋ ਜਾਵੇਗੀ। ਇਸ ਦੁਸ਼ਟ ਨੂੰ ਕੈਦ ਕਰ ਲਿਓ। ਕਿੰਗ ਗੁੱਸੇ ਨਾਲ ਬੋਲਿਆ, ਪਰ ਕਾਲੀ ਪਰੀ ਹੱਸਦੇ ਹੋਏ ਗਾਇਬ ਹੋ ਗਈ। ਹਲੇ ਤੱਕ ਆਖਰੀ ਪਰੀ ਨੇ ਆਪਣਾ ਗਿਫਟ ਨਹੀਂ ਦਿੱਤਾ ਸੀ। ਉਹ ਕਾਲੀ ਪਰੀ ਜਿੰਨੀ ਪਾਵਰਫੁਲ ਨਹੀਂ ਸੀ, ਪਰ ਉਹਦੀ ਬਲੇਸਿੰਗਸ ਨਾਲ ਕਾਲੀ ਪਰੀ ਦੇ ਸ਼ਰਾਪ ਦਾ ਅਸਰ ਘੱਟ ਹੋ ਸਕਦਾ ਸੀ। ਮੈਂ ਸ਼ਰਾਪ ਨੂੰ ਤਾਂ ਨਹੀਂ ਰੋਕ ਸਕਦੀ, ਪਰ ਉਹਦੇ ਅਸਰ ਨੂੰ ਹੌਲਾ ਕਰ ਸਕਦੀ ਹਾਂ। ਤੁਹਾਡੀ ਮੌਤ ਨਾ ਹੋਵੇ, ਬਲਕਿ ਤੁਸੀਂ ਇੱਕ ਡੂੰਘੀ ਨੀਂਦ ਵਿੱਚ ਚਲੀ ਜਾਵੋ ਅਤੇ ਉਦੋਂ ਉਠੋ ਜਦੋਂ ਤੁਹਾਨੂੰ ਪਿਆਰ ਕਰਨ ਵਾਲਾ ਤੁਹਾਨੂੰ ਕਿਸ ਕਰੇ। ਕਿੰਗ ਨੇ ਇਸ ਸ਼ਰਾਪ ਤੋਂ ਬਚਣ ਵਾਸਤੇ ਹੁਕਮ ਦਿੱਤਾ ਕਿ ਸੂਈ ਜਾਂ ਉਹਦੇ ਵਰਗੀ ਕੋਈ ਵੀ ਚੀਜ਼ ਨੂੰ ਖਤਮ ਕਰ ਦਿੱਤਾ ਜਾਵੇ। ਪਰੀਆਂ ਦੇ ਗਿਫਟਸ ਦੇ ਨਾਲ ਪ੍ਰਿੰਸੈਸ ਅਰੋਰਾ ਬੜੀ ਖੂਬਸੂਰਤੀ ਨਾਲ ਵੱਡੀ ਹੋ ਰਹੀ ਸੀ। ਇੱਕ ਦਿਨ ਕਿੰਗ ਨੇ ਹੁਕਮ ਦਿੱਤਾ 3 ਪਰੀਆਂ ਨੂੰ ਅਰੋਰਾ ਦਾ ਖਿਆਲ ਰੱਖਣ ਵਾਸਤੇ। ਇਹ ਜ਼ਰਾ ਮੁਸ਼ਕਿਲ ਹੋ ਗਿਆ ਸੀ, ਕਿਉਂਕਿ ਅਰੋਰਾ ਕਿਸੇ ਦੇ ਵੀ ਹੱਥੀ ਨਹੀਂ ਆਉਂਦੀ ਸੀ। ਪਰ ਉਹਨਾਂ ਦੀ ਮਦਦ ਨਾਲ ਅਰੋਰਾ ਬਹੁਤ ਸੋਹਣੀ ਮੁਟਿਆਰ ਬਣ ਚਲੀ। ਵੇਖਦੇ ਹੀ ਵੇਖਦੇ ਅਰੋਰਾ ਦਾ 16ਵਾਂ ਜਨਮ ਦਿਨ ਵੀ ਆ ਗਿਆ। ਸੂਰਜ ਦੇ ਡੁੱਬਦੇ ਹੀ ਕਾਲੀ ਪਰੀ ਦਾ ਸ਼ਰਾਪ ਸੱਚ ਹੋਣ ਵਾਲਾ ਸੀ। ਕਿੰਗ ਅਤੇ ਕੁਈਨ ਨੇ ਸਭ ਕੁਝ ਕੀਤਾ ਤਾਂ ਕਿ ਇਹ ਨਾ ਹੋਵੇ।
ਪਰ ਉਹਨਾਂ ਦੇ ਬਸ ਵਿੱਚ ਸਭ ਕੁਝ ਕਿੱਥੇ ਸੀ? ਉਹਨਾਂ ਨੇ ਪ੍ਰਿੰਸੈਸ ਨੂੰ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ, ਉਹਦੀ ਭਲਾਈ ਵਾਸਤੇ। ਅਰੋਰਾ ਨੂੰ ਇਹਦੀ ਵਜ੍ਹਾ ਨਹੀਂ ਪਤਾ ਸੀ ਅਤੇ ਉਹਨੂੰ ਬੁਰਾ ਲੱਗਿਆ। ਅਚਾਨਕ ਇੱਕ ਬੂਹਾ ਕਿਤੋਂ ਪ੍ਰਗਟ ਹੋਇਆ ਅਤੇ ਅਰੋਰਾ ਨੂੰ ਆਪਣੇ ਵੱਲ ਖਿੱਚ ਕੇ ਲੈ ਗਿਆ। ਬੂਹਾ ਖੁੱਲਿਆ ਅਤੇ ਉਹ ਆਪਣੀ ਧੁਨ ਵਿੱਚ ਉਹਦੇ ਅੰਦਰ ਨੂੰ ਤੁਰਨ ਲੱਗੀ ਅਤੇ ਉਹਨੂੰ ਦਿਸੀ ਇੱਕ ਜਨਾਨੀ ਸਿਲਾਈ ਕਰਦੀ ਹੋਈ। ਉਸੇ ਧੁਨ ਵਿੱਚ ਅਰੋਰਾ ਨੇ ਸੂਈ ਵੱਲ ਆਪਣਾ ਹੱਥ ਵਧਾਇਆ। ਸੂਰਜ ਤੇ ਡੁੱਬਦੇ ਹੀ ਕਾਲੀ ਪਰੀ ਦਾ ਸ਼ਰਾਪ ਸੱਚ ਹੋਇਆ ਅਤੇ ਅਰੋਰਾ ਦਾ ਹੱਥ ਸੂਈ ਤੇ ਜਾ ਖੁੱਭਿਆ। ਉਸੇ ਵੇਲੇ ਅਰੋਰਾ ਥੱਲੇ ਡਿੱਗ ਪਈ, ਆਪਣੀ ਡੂੰਗੀ ਮਿੱਠੀ ਨੀਂਦ ਵਿੱਚ। ਕਾਲੀ ਪਰੀ ਦਾ ਸ਼ਰਾਪ ਲੱਖ ਕੋਸ਼ਿਸ਼ਾਂ ਤੋਂ ਬਾਅਦ ਵੀ ਅਖੀਰਕਾਰ ਚੱਲ ਹੀ ਗਿਆ। ਪ੍ਰਿੰਸੈਸ ਨੂੰ ਸੋਹਣੇ ਕੱਪੜੇ ਪਾ ਕੇ ਫੁੱਲਾਂ ਦੇ ਬਿਸਤਰੇ ਤੇ ਸੁਲਾਇਆ ਗਿਆ। ਉਸ ਦਿਨ ਤੋਂ ਹੀ ਅਰੋਰਾ ਨੂੰ ਸਲੀਪਿੰਗ ਬਿਊਟੀ ਕਿਹਾ ਜਾਣ ਲੱਗ ਪਿਆ। ਕਿੰਗ ਤੇ ਕੁਈਨ ਨਹੀਂ ਚਾਹੁੰਦੇ ਸੀ ਕਿ ਪ੍ਰਿੰਸੈਸ ਨੂੰ ਕੋਈ ਵੀ ਤਕਲੀਫ ਵਿੱਚੋਂ ਲੰਘੇ। ਇਸ ਕਰਕੇ ਉਹਨਾਂ ਨੇ ਸਭ ਨੂੰ ਸੁਲਾਉਣ ਦਾ ਹੁਕਮ ਦਿੱਤਾ ਜਦ ਤੱਕ ਪ੍ਰਿੰਸੈਸ ਨਾ ਜਾਗੇ। ਸੌ ਸਾਲ ਲੰਘ ਗਏ। ਇੱਕ ਦਿਨ ਇੱਕ ਹੈਂਡਸਮ ਪ੍ਰਿੰਸ ਉੱਥੋਂ ਲੰਘ ਰਿਹਾ ਸੀ ਅਤੇ ਉਹਨੇ ਇਹ ਮਹਿਲ ਵੇਖਿਆ ਜਿਸ ਦੇ ਮੂਹਰੇ ਬਹੁਤ ਸਾਰੇ ਪੇੜ ਤੇ ਝਾੜੀਆਂ ਉੱਗ ਗਈਆਂ ਸੀ। ਸਿਪਾਹੀਆਂ ਨੇ ਉਹਨੂੰ ਇਸ ਮਹਿਲ ਅਤੇ ਸਲੀਪਿੰਗ ਬਿਊਟੀ ਦੀ ਕਹਾਣੀ ਦੱਸੀ। ਪ੍ਰਿੰਸ ਨੂੰ ਇਹ ਕਹਾਣੀ ਬੜੀ ਦਿਲਚਸਪ ਲੱਗੀ ਅਤੇ ਉਹਨੇ ਅੰਦਰ ਜਾਣ ਦਾ ਫੈਸਲਾ ਕੀਤਾ। ਝਾੜੀਆਂ ਤੇ ਕੰਡੇ ਇੰਨੇ ਜ਼ਿਆਦਾ ਸੀ ਕਿ ਪ੍ਰਿੰਸ ਨੂੰ ਉਹਨਾਂ ਨੂੰ ਕੱਟ-ਕੱਟ ਕੇ ਰਸਤਾ ਬਣਾ ਕੇ ਅੱਗੇ ਵਧਣਾ ਪਿਆ। ਅਖੀਰ ਵਿੱਚ ਉਹ ਬੂਹੇ ਤੇ ਪਹੁੰਚ ਗਿਆ। ਉਹਨੂੰ ਦੋ ਗਾਰਡ ਸੁੱਤੇ ਹੋਏ ਮਿਲੇ। ਬੂਹਾ ਖੁੱਲ੍ਹਦੇ ਹੀ ਅੰਦਰ ਵੇਖ ਕੇ ਉਹਦੇ ਹੋਸ਼ ਉੱਡ ਗਏ। ਹਰ ਥਾਂ ਤੇ ਸੁੱਤੇ ਹੋਏ ਲੋਕ। ਘੁੰਮਦੇ ਫਿਰਦੇ ਉਹ ਰਾਜਾ ਦੇ ਕਮਰੇ ਵਿੱਚ ਪਹੁੰਚ ਗਿਆ। ਕਿੰਗ ਤੇ ਕੁਈਨ ਵੀ ਆਪਣੇ ਸੋਫੇ ਉੱਤੇ ਸੁੱਤੇ ਪਏ ਸੀ। ਫਿਰ ਇੱਕ ਅੱਧੇ ਖੁੱਲੇ ਬੂਹੇ ਦੇ ਅੰਦਰ ਉਹਨੂੰ ਉਹ ਦਿਸੀ ਜਿਸ ਨੂੰ ਉਹ ਲੱਭ ਰਿਹਾ ਸੀ, ਸਲੀਪਿੰਗ ਬਿਊਟੀ, ਜਿਹੜੀ ਇੱਕ ਫੁੱਲਾਂ ਦੇ ਬਿਸਤਰ ਉੱਤੇ ਡੂੰਗੀ ਮਿੱਠੀ ਨੀਂਦ ਲੈ ਰਹੀ ਸੀ। ਪ੍ਰਿੰਸ ਉਹਦੇ ਕੋਲ ਜਾ ਕੇ ਬਹਿ ਗਿਆ ਅਤੇ ਉਹਨੇ ਪ੍ਰਿੰਸੈਸ ਦੇ ਕੰਨਾਂ ਵਿੱਚ ਕਿਹਾ, ਤੇ ਤੁਸੀਂ ਹੋ ਉਹ ਸਲੀਪਿੰਗ ਬਿਊਟੀ? ਕਿੰਨੀ ਬਿਊਟੀਫੁਲ ਹੋ ਤੁਸੀਂ। ਅਤੇ ਉਹਨੇ ਉਹਨੂੰ ਮੱਥੇ ਉੱਤੇ ਕਿਸ ਕੀਤਾ ਅਤੇ ਉਸੇ ਵੇਲੇ ਪ੍ਰਿੰਸੈਸ ਨੇ ਅੱਖਾਂ ਖੋਲੀਆਂ ਅਤੇ ਆਪਣੇ ਸਾਹਮਣੇ ਇੱਕ ਹੈਂਡਸਮ ਪ੍ਰਿੰਸ ਨੂੰ ਵੇਖਿਆ। ਉਹਦੇ ਜਾਗਦੇ ਹੀ ਕੈਸਲ ਵਿੱਚ ਸਾਰੇ ਹੀ ਜਾਗ ਗਏ ਆਪਣੀ 100 ਸਾਲ ਲੰਬੀ ਨੀਂਦ ਵਿੱਚੋਂ। ਕਿੰਗ ਤੇ ਕੁਈਨ ਨੂੰ ਭਰੋਸਾ ਨਹੀਂ ਹੋਇਆ। ਉਹ ਭੱਜ ਕੇ ਪ੍ਰਿੰਸੈਸ ਦੇ ਰੂਮ ਵਿੱਚ ਗਏ। ਜਦੋਂ ਉਹਨਾਂ ਨੂੰ ਆਪਣੀ ਧੀ ਸਾਹਮਣੇ ਦਿਸੀ, ਉਹਨਾਂ ਦੀ ਖੁਸ਼ੀਆਂ ਦਾ ਠਿਕਾਣਾ ਨਹੀਂ ਰਿਹਾ। ਪ੍ਰਿੰਸ ਨੇ ਪ੍ਰਿੰਸੈਸ ਨਾਲ ਵਿਆਹ ਕਰਨ ਦਾ ਪ੍ਰਸਤਾਵ ਰੱਖਿਆ। ਪ੍ਰਿੰਸੈਸ ਖੁਸ਼ੀ-ਖੁਸ਼ੀ ਰਾਜ਼ੀ ਹੋ ਗਈ। ਕਿੰਗ ਵੀ ਇਸ ਗੱਲ ਤੋਂ ਬਹੁਤ ਖੁਸ਼ ਸੀ। ਬਹੁਤ ਹੀ ਧੂਮ-ਧਾਮ ਨਾਲ ਉਹਨਾਂ ਦਾ ਵਿਆਹ ਹੋਇਆ ਅਤੇ ਉਹ ਹਮੇਸ਼ਾ ਇੱਕ ਦੂਜੇ ਨਾਲ ਖੁਸ਼ ਰਹੇ। ਇੱਕ ਸਮੇਂ ਦੀ ਗੱਲ ਹੈ, ਇੱਕ ਬਹੁਤ ਅਮੀਰ ਆਦਮੀ ਸੀ। ਉਹਨਾਂ ਦੀਆਂ 3 ਬੇਟੀਆਂ ਸੀ, ਜਿਹਦੇ ਚੋਂ 2 ਬਹੁਤ ਹੀ ਲਾਲਚੀ ਅਤੇ ਮਤਲਬੀ ਸੀ। ਪਰ ਉਹਨਾਂ ਦੀ ਤੀਜੀ ਬੇਟੀ ਦੇ ਦਿਲ ਵਿੱਚ ਢੇਰ ਸਾਰਾ ਪਿਆਰ ਸੀ। ਇੱਕ ਦਿਨ ਪਿਓ ਨੂੰ ਖਬਰ ਮਿਲੀ ਕਿ ਉਹਨਾਂ ਦੇ ਕੁਝ ਜਹਾਜ਼ ਤੂਫਾਨ ਦੀ ਵਜ੍ਹਾ ਨਾਲ ਸਮੁੰਦਰ ਵਿੱਚ ਡੁੱਬ ਗਏ ਨੇ।
ਉਸ ਵਿਚਾਰੇ ਦਾ ਸਭ ਕੁਝ ਖਤਮ ਹੋ ਗਿਆ, ਸਿਵਾਏ ਜਿਸ ਘਰ ਵਿੱਚ ਉਹ ਰਹਿੰਦੇ ਸੀ। ਦੋਵੇਂ ਲਾਲਚੀ ਭੈਣਾਂ ਇਸ ਗੱਲ ਤੋਂ ਜ਼ਰਾ ਪਰੇਸ਼ਾਨ ਸੀ। ਉਸ ਪੂਰਾ ਦਿਨ ਉਹ ਬਸ ਬੈਠੇ-ਬੈਠੇ ਚੰਗਾ ਮੰਦਾ ਬੋਲ ਰਹੀਆਂ ਸੀ। ਘਰ ਦਾ ਸਾਰਾ ਕੰਮ ਬਿਊਟੀ ਹੀ ਕਰ ਰਹੀ ਸੀ। ਕੁਝ ਸਮੇਂ ਬਾਅਦ ਪਿਤਾ ਜੀ ਨੂੰ ਪਤਾ ਚੱਲਿਆ ਕਿ ਉਹਨਾਂ ਦਾ ਇੱਕ ਜਹਾਜ਼ ਸਮੁੰਦਰ ਕੰਢੇ ਪਹੁੰਚ ਗਿਆ ਹੈ। ਉਹ ਉਹਦੇ ਕੋਲ ਜਾਣ ਦੀ ਤਿਆਰੀ ਕਰਨ ਲੱਗੇ। ਜਾਣ ਤੋਂ ਪਹਿਲਾਂ ਉਹਨਾਂ ਨੇ ਆਪਣੀ ਬੇਟੀਆਂ ਨੂੰ ਪੁੱਛਿਆ, ਤੁਹਾਡੇ ਤਿੰਨਾਂ ਦੇ ਵਾਸਤੇ ਅਸੀਂ ਕੀ ਲਿਆਈਏ? ਡਰੈਸ, ਸ਼ੂਜ਼, ਨੈਕਲੈਸ ਅਤੇ ਬ੍ਰੇਸਲੇਟਸ। ਤੇ ਤੇਰੇ ਲਈ ਬਿਊਟੀ ਕੁਛ ਤਾਂ ਮੰਗ। ਬਸ ਇੱਕ ਗੁਲਾਬ ਦਾ ਫੁੱਲ ਡੈਡੀ। ਪਿਤਾ ਜੀ ਇੱਕ ਲੰਮਾ ਸਫ਼ਰ ਤੈਅ ਕਰਕੇ ਉਸ ਜਹਾਜ਼ ਤੱਕ ਪਹੁੰਚੇ। ਨਾ ਉਸ ਵਿੱਚ ਕੋਈ ਸਮਾਨ ਸੀ, ਨਾ ਹੀ ਉਹ ਜਹਾਜ਼ ਕੰਮਦਾ ਰਹਿ ਗਿਆ ਸੀ। ਉਦਾਸ ਅਤੇ ਥੱਕੇ ਹਾਰੇ ਉਹ ਵਾਪਸ ਘਰ ਨੂੰ ਮੁੜ ਪਏ। ਹਨੇਰਾ ਹੁੰਦੇ ਉਹ ਇੱਕ ਜੰਗਲ ਵਿੱਚ ਪਹੁੰਚੇ। ਸੁਨਸਾਨ ਪਿਆ ਸੀ ਅਤੇ ਠੰਡ ਵੀ ਸੀ। ਬਰਫ਼ ਪੈ ਰਹੀ ਸੀ। ਕਈ ਘੰਟਿਆਂ ਤੱਕ ਉਹ ਤੁਰਦੇ ਰਹੇ, ਬਰਫ਼ ਦੇ ਉੱਤੇ ਵੀ। ਅਖੀਰ ਇੱਕ ਜਗ੍ਹਾ ਉਹਨਾਂ ਨੂੰ ਇੱਕ ਕੈਸਲ ਦਿਖਿਆ, ਜਿਹਦੇ ਵਿੱਚ ਲਾਈਟਾਂ ਜਲ ਰਹੀਆਂ ਸੀ। ਉਹ ਮਦਦ ਦੀ ਉਮੀਦ ਵਿੱਚ ਅੰਦਰ ਗਏ। ਕੁਝ ਅਜੀਬ ਸੀ ਉਹ ਕੈਸਲ। ਸਾਰੇ ਪਾਸੇ ਲਾਈਟਾਂ ਜਲ ਰਹੀਆਂ ਸੀ। ਡਾਈਨਿੰਗ ਟੇਬਲ ਤੇ ਖਾਣਾ ਵੀ ਲੱਗਿਆ ਸੀ ਅਤੇ ਚਿਮਨੀ ਵੀ ਜਲ ਰਹੀ ਸੀ। ਮਗਰ ਇਨਸਾਨ ਇੱਕ ਵੀ ਨਜ਼ਰ ਨਹੀਂ ਆ ਰਿਹਾ ਸੀ। ਉਹਨਾਂ ਨੇ ਆਵਾਜ਼ ਵੀ ਲਗਾਈ, ਪਰ ਕੋਈ ਜਵਾਬ ਨਹੀਂ। ਕਦੋਂ ਤੱਕ ਰੁਕਦੇ? ਭੁੱਖ ਬੜੀ ਲੱਗੀ ਸੀ। ਉਹਨਾਂ ਨੇ ਖਾਣਾ ਖਾਇਆ ਅਤੇ ਇੱਕ ਸੋਹਣੇ ਜਿਹੇ ਬੈੱਡ ਤੇ ਸੋ ਗਏ। ਜਦੋਂ ਉਹ ਸਵੇਰੇ ਉੱਠੇ, ਉਹਨਾਂ ਨੂੰ ਪਾਣ ਵਾਸਤੇ ਤਾਜ਼ੇ ਕੱਪੜੇ ਤਿਆਰ ਮਿਲੇ। ਥੱਲੇ ਗਏ ਤਾਂ ਸ਼ਾਨਦਾਰ ਬ੍ਰੇਕਫਾਸਟ ਤਿਆਰ ਸੀ। ਇਹ ਜ਼ਰੂਰ ਕਿਸੇ ਪਰੀ ਦਾ ਕੈਸਲ ਹੋਵੇਗਾ, ਵਰਨਾ ਕੋਈ ਕਿਸੇ ਦੀ ਐਨੀ ਮਦਦ ਕਰਦਾ ਹੈ। ਉਹ ਮਿਲੇ ਤਾਂ ਮੈਂ ਥੈਂਕ ਯੂ ਬੋਲਾਂਗਾ ਮਿਲਕਰ। ਕੈਸਲ ਚੋਂ ਨਿਕਲਦੇ ਹੋਏ ਉਹਨਾਂ ਨੂੰ ਗਾਰਡਨ ਵਿੱਚ ਗੁਲਾਬ ਦਿਖਿਆ। ਉਹਨਾਂ ਨੇ ਸੋਚਿਆ, ਮੈਂ ਆਪਣੀ ਦੋਨਾਂ ਬੇਟੀਆਂ ਵਾਸਤੇ ਤਾਂ ਕੁਝ ਨਹੀਂ ਲੈ ਕੇ ਜਾ ਰਿਹਾ, ਘੱਟ ਤੋਂ ਘੱਟ ਬਿਊਟੀ ਵਾਸਤੇ ਤਾਂ ਲੈ ਜਾਵਾਂ। ਜਿੱਦਾਂ ਹੀ ਉਹਨਾਂ ਨੇ ਇੱਕ ਗੁਲਾਬ ਤੋੜਿਆ, ਧਰਤੀ ਹਿੱਲਣ ਲੱਗੀ ਅਤੇ ਹਵਾ ਤੇਜ਼ ਹੋ ਗਈ। ਪੇੜਾਂ ਦੇ ਵਿੱਚੋਂ ਇੱਕ ਰਾਖਸ਼ਸ ਵਰਗਾ ਦਿਖਣ ਵਾਲਾ ਬੀਸਟ ਨਿਕਲ ਕੇ ਆਇਆ। ਪਿਤਾ ਜੀ ਦਾ ਸਿਰ ਚਕਰਾਣ ਲੱਗਾ ਉਹਨੂੰ ਦੇਖ ਕੇ। ਮੈਂ ਤੈਨੂੰ ਖਾਣਾ ਦਿੱਤਾ, ਕੱਪੜੇ ਦਿੱਤੇ, ਰਹਿਣ ਦੀ ਜਗ੍ਹਾ ਦਿੱਤੀ, ਤੇ ਤੁਸੀਂ ਮੇਰੇ ਗੁਲਾਬ ਤੋੜਦੇ ਹੋ। ਇਹ ਸ਼ਰਾਫਤ ਹੈ ਤੁਹਾਡੀ। ਪਿਤਾ ਜੀ ਉਹਨੂੰ ਸੌਰੀ ਕਹਿੰਦੇ ਰਹੇ ਅਤੇ ਦੱਸਿਆ ਕਿ ਉਹ ਇੱਕ ਗੁਲਾਬ ਆਪਣੀ ਬੇਟੀ ਵਾਸਤੇ ਲੈ ਕੇ ਜਾਣਾ ਚਾਹੁੰਦੇ ਸੀ। ਜੋ ਤੁਸੀਂ ਕੀਤਾ ਉਹਦੀ ਸਜ਼ਾ ਤੇ ਮਿਲੇਗੀ। ਮੈਨੂੰ ਮਾਫ ਕਰ ਦਵੋ। ਮੈਂ ਤੁਹਾਨੂੰ ਇੱਕ ਹੀ ਸ਼ਰਤ ਤਾਂ ਮਾਫ ਕਰ ਸਕਦਾ। ਬੀਸਟ ਨੇ ਪਿਓ ਨੂੰ ਬੋਲਿਆ, ਤੁਹਾਡੀ 3 ਧੀਆਂ ਨੇ, ਜੇ ਉਹਨਾਂ ਚੋਂ ਇੱਕ ਮੇਰੇ ਨਾਲ ਰਹਿਣ ਲਗੇ ਤਾਂ ਮੈਂ ਤੈਨੂੰ ਜ਼ਿੰਦਾ ਰਹਿਣ ਦਿਆਂਗਾ। ਦਿਲ ਤੇ ਬੋਝ ਲੈ ਕੇ ਪਿਤਾ ਜੀ ਘਰ ਵੱਲ ਤੁਰ ਪਏ। ਘਰ ਪਹੁੰਚਣ ਤੇ ਦੋਨੋਂ ਮਤਲਬੀ ਭੈਣਾਂ ਨੇ ਪਿਤਾ ਜੀ ਦੀ ਕਹਾਣੀ ਸੁਣੀ, ਪਰ ਬੀਸਟ ਦੀ ਸ਼ਰਤ ਨੂੰ ਅਣਸੁਣਾ ਕਰ ਦਿੱਤਾ। ਬਿਊਟੀ ਉਹਨਾਂ ਤੋਂ ਵੱਖਰੀ ਸੀ। ਡੈਡੀ, ਜੇ ਤੁਸੀਂ ਹਾਂ ਕਹੋ ਤਾਂ ਬੀਸਟ ਦੇ ਕੋਲ ਮੈਂ ਚਲੀ ਜਾਣੀ ਹਾਂ। ਦੋਨੋਂ ਮਤਲਬੀ ਭੈਣਾਂ ਖੁਸ਼ ਹੋ ਗਈਆਂ, ਕਿਉਂਕਿ ਉਹਨਾਂ ਨੂੰ ਲੱਗਦਾ ਸੀ ਕਿ ਵੈਸੇ ਵੀ ਸਾਰੀ ਗਲਤੀ ਬਿਊਟੀ ਦੀ ਹੀ ਸੀ। ਉਦਾਸ ਅਤੇ ਮਜਬੂਰ ਪਿਤਾ ਜੀ ਬਿਊਟੀ ਨੂੰ ਲੈ ਕੇ ਕੈਸਲ ਵੱਲ ਨਿਕਲੇ। ਪਹੁੰਚ ਕੇ ਵੇਖਿਆ ਕਿ ਸਭ ਕੁਝ ਪਹਿਲਾਂ ਵਰਗਾ ਹੀ ਸੀ। ਟੇਬਲ ਤੇ ਖਾਣਾ ਸੀ ਅਤੇ ਕੋਈ ਨਜ਼ਰ ਨਹੀਂ ਆ ਰਿਹਾ ਸੀ। ਉਹਨਾਂ ਨੇ ਖਾਣਾ ਖਾਣਾ ਸ਼ੁਰੂ ਹੀ ਕੀਤਾ ਸੀ ਕਿ ਬੀਸਟ ਉੱਥੇ ਪਹੁੰਚਿਆ।
ਉਹਨੂੰ ਦੇਖਦੇ ਹੀ ਬਿਊਟੀ ਦੀ ਹਾਲਤ ਖਰਾਬ ਹੋ ਗਈ, ਕਿਉਂਕਿ ਬੀਸਟ ਉਨਾ ਹੀ ਭਿਆਨਕ ਸੀ ਜਿੰਨਾ ਪਿਤਾ ਜੀ ਨੇ ਉਹਨੂੰ ਦੱਸਿਆ ਸੀ। ਬੀਸਟ ਨੇ ਬਹੁਤ ਨਮਰਤਾ ਦੇ ਨਾਲ ਪੁੱਛਿਆ, ਕੀ ਤੂੰ ਇੱਥੇ ਆਪਣੀ ਮਰਜ਼ੀ ਨਾਲ ਆਈ ਹੈ? ਹਾਂ। ਤਾਂ ਕੱਲ ਸਵੇਰੇ ਤੇਰੇ ਪਿਤਾ ਜੀ ਇੱਥੋਂ ਚਲੇ ਜਾਣਗੇ ਤੇ ਕਦੀ ਨਹੀਂ ਮੁੜेंगे। ਬਿਊਟੀ ਅਗਲੀ ਸਵੇਰ ਉੱਠੀ ਤਾਂ ਪਿਤਾ ਜੀ ਜਾ ਚੁੱਕੇ ਸੀ ਅਤੇ ਸ਼ਾਨਦਾਰ ਬ੍ਰੇਕਫਾਸਟ ਉਹਦੀ ਉਡੀਕ ਕਰ ਰਿਹਾ ਸੀ। ਉਹ ਕੁਝ ਦੇਰ ਗਾਰਡਨ ਵਿੱਚ ਘੁੰਮ ਰਹੀ ਸੀ। ਗੁਲਾਬ ਦੇਖਦੇ ਹੀ ਉਹ ਉਦਾਸ ਹੋ ਗਈ। ਫਿਰ ਉਹ ਕੈਸਲ ਦੇ ਅੰਦਰ ਗਈ। ਇੱਕ ਬੂਹਾ ਗੁਲਾਬ ਨਾਲ ਭਰਿਆ ਸੀ। ਉਹਨੂੰ ਸਮਝ ਨਹੀਂ ਆਇਆ ਉਹ ਉਹਦੇ ਅੰਦਰ ਗਈ। ਬਹੁਤ ਸੋਹਣੇ ਤਰੀਕੇ ਨਾਲ ਉਸ ਰੂਮ ਨੂੰ ਸਜਾਇਆ ਗਿਆ ਸੀ। ਉਹਦੇ ਵਿੱਚ ਕਿਤਾਬਾਂ, ਫੁੱਲ ਅਤੇ ਮਿਊਜ਼ੀਕਲ ਇਨਸਟਰੂਮੈਂਟ ਸੀ। ਉਹਨੂੰ ਲੱਗਿਆ ਕਿ ਜਿਹੜਾ ਰੂਮ ਨੂੰ ਇਸ ਤਰ੍ਹਾਂ ਸਜਾ ਸਕਦਾ ਹੈ ਉਹ ਕਿਸੇ ਨੂੰ ਸੱਟ ਨਹੀਂ ਪੁਜਾ ਸਕਦਾ। ਫਿਰ ਉਹਨੇ ਇੱਕ ਕਿਤਾਬ ਚੁੱਕੀ। ਉਹਦੇ ਵਿੱਚ ਗੋਲਡਨ ਲੈਟਰਸ ਨਾਲ ਲਿਖਿਆ ਸੀ, ਸਾਹਿਬਾ ਤੁਹਾਡੀ ਖੁਆਇਸ਼ ਮੇਰੀ ਲਈ ਹੁਕਮ ਹੈ। ਕਾਸ਼ ਮੈਂ ਡੈਡੀ ਨੂੰ ਹੁਣੇ ਦੇਖ ਪਾਂਦੀ। ਜਿੱਦਾਂ ਹੀ ਬਿਊਟੀ ਨੇ ਬੋਲਿਆ, ਉਹਨੂੰ ਸ਼ੀਸ਼ੇ ਵਿੱਚ ਪਿਤਾ ਜੀ ਦਿਖੇ। ਬਿਊਟੀ ਬਹੁਤ ਖੁਸ਼ ਹੋਈ। ਉਹਦੇ ਪਿਤਾ ਜੀ ਉਹਦੇ ਸਾਹਮਣੇ ਜੋ ਸੀ, ਉਸੇ ਰਾਤ ਡਿਨਰ ਦੇ ਸਮੇਂ ਬੀਸਟ ਫੇਰ ਆਇਆ। ਕਿ ਮੈਂ ਤੁਹਾਨੂੰ ਦੇਖ ਸਕਦਾ ਹਾਂ ਬਿਊਟੀ? ਇਹ ਕੈਸਲ ਤੁਹਾਡਾ ਹੈ, ਮੈਨੂੰ ਕਿਉਂ ਪੁੱਛ ਰਹੇ ਹੋ? ਨਹੀਂ, ਹੁਣ ਇਹ ਸਭ ਤੁਹਾਡਾ ਹੈ। ਤੁਸੀਂ ਚਾਹੋ ਤਾਂ ਮੈਂ ਹੁਣੇ ਨਿਕਲ ਜਾਵਾਂ ਇੱਥੋਂ। ਬਿਊਟੀ ਨੂੰ ਬਹੁਤ ਅਚਰਜ ਹੋਇਆ ਇਹ ਸੁਣ ਕੇ। ਮੈਂ ਤੁਹਾਨੂੰ ਕੁਝ ਪੁੱਛਣਾ ਚਾਹੁੰਦਾ ਕਿ ਮੈਂ ਸੱਚੀ ਹੀ ਬਦਸੂਰਤ ਹਾਂ? ਉਹਨੂੰ ਸਮਝ ਨਹੀਂ ਆ ਰਿਹਾ ਸੀ ਕਿ ਉਹ ਕੀ ਬੋਲੇ। ਫਿਰ ਉਹਨੇ ਸਿਰ ਹਿਲਾ ਕੇ ਹਾਮੀ ਭਰੀ। ਤਾਂ ਮੇਰੇ ਨਾਲ ਵਿਆਹ ਕਰੇਂਗੀ? ਇਸ ਵਾਰੀ ਬਿਊਟੀ ਜਰਾ ਸਖਤੀ ਨਾਲ ਬੋਲ ਪਈ, ਨਹੀਂ। ਬੀਸਟ ਵਾਪਸ ਮੁੜ ਕੇ ਚਲਾ ਗਿਆ, ਉਦਾਸ, ਕੱਲਾ। ਹਰ ਰੋਜ਼ ਡਿਨਰ ਦੇ ਵੇਲੇ ਬੀਸਟ ਬਿਊਟੀ ਨੂੰ ਮਿਲਦਾ ਸੀ ਅਤੇ ਉਹਦੀ ਕਾਫੀ ਦੇਖਭਾਲ ਕਰਦਾ ਸੀ। ਏਦਾਂ ਹੀ ਦਿਨ ਗੁਜ਼ਰਦੇ ਰਹੇ ਅਤੇ ਬਿਊਟੀ ਨੂੰ ਬੀਸਟ ਦੀ ਆਦਤ ਜਿਹੀ ਪੈ ਗਈ ਸੀ। ਕਾਸ਼ ਇਹ ਜਰਾ ਸੋਹਣੇ ਹੁੰਦੇ। ਕੁਝ ਮਹੀਨੇ ਹੋਰ ਗੁਜ਼ਰੇ। ਹੁਣ ਬਿਊਟੀ ਨੂੰ ਬੀਸਟ ਤੋਂ ਕੋਈ ਡਰ ਨਹੀਂ ਸੀ, ਬਲਕਿ ਉਹਨੂੰ ਉਹ ਪਸੰਦ ਆਣ ਲੱਗਾ ਸੀ। ਇੱਕ ਦਿਨ ਉਹਨੂੰ ਸ਼ੀਸ਼ੇ ਵਿੱਚ ਆਪਣੇ ਪਿਤਾ ਜੀ ਬਿਮਾਰ ਦਿਸੇ। ਉਹ ਬੀਸਟ ਦੇ ਕੋਲ ਗਈ ਘਰ ਜਾਣ ਲਈ ਪੁੱਛਣ, ਕਿਉਂਕਿ ਉਹਨੂੰ ਆਪਣੇ ਪਿਤਾ ਜੀ ਦੀ ਦੇਖਭਾਲ ਕਰਨੀ ਸੀ। ਬਿਲਕੁਲ ਤੁਸੀਂ ਜਾ ਸਕਦੇ ਹੋ, ਪਰ ਜੇ ਤੁਸੀਂ ਵਾਪਸ ਨਹੀਂ ਆਏ ਸ਼ਾਇਦ ਮੈਂ ਦੁੱਖ ਨਾਲ ਮਰ ਜਾਵਾਂਗਾ। ਮੈਂ ਇੱਕ ਹਫ਼ਤੇ ਵਿੱਚ ਵਾਪਸ ਆ ਜਾਵਾਂਗੀ। ਬੀਸਟ ਨੇ ਬਿਊਟੀ ਨੂੰ ਇੱਕ ਮੁੰਦਰੀ ਦਿੱਤੀ। ਉਹਨੂੰ ਜੇ ਉਹ ਸੌਂਦੇ ਵੇਲੇ ਉਤਾਰ ਦਵੇ, ਉਹ ਉੱਠੇਗੀ ਸਿੱਧਾ ਕੈਸਲ ਦੇ ਅੰਦਰ। ਅਗਲੀ ਸਵੇਰ ਉਹ ਆਪਣੇ ਪਿਤਾ ਜੀ ਦੇ ਘਰ ਵਿੱਚ ਆਪਣੇ ਪੁਰਾਣੇ ਬੈੱਡ ਤੇ ਜਾਗੀ। ਉਹ ਆਪਣੇ ਡੈਡੀ ਨੂੰ ਵੇਖ ਕੇ ਬਹੁਤ ਖੁਸ਼ ਹੋਈ ਅਤੇ ਉਹਦੇ ਡੈਡੀ ਦੀ ਅੱਧੀ ਬਿਮਾਰੀ ਭੱਜ ਗਈ ਉਹਨੂੰ ਮਿਲ ਕੇ। ਦੁਪਹਿਰ ਨੂੰ ਬਿਊਟੀ ਦੀਆਂ ਭੈਣਾਂ, ਜਿਨ੍ਹਾਂ ਦਾ ਹੁਣ ਵਿਆਹ ਹੋ ਚੁੱਕਾ ਸੀ, ਪਿਤਾ ਜੀ ਨੂੰ ਮਿਲਣ ਆਈਆਂ। ਘਰ ਵਿੱਚ ਬਿਊਟੀ ਨੂੰ ਦੇਖ ਕੇ ਉਹਨਾਂ ਨੂੰ ਬਹੁਤ ਗੁੱਸਾ ਆਇਆ। ਉਹਨਾਂ ਨੇ ਉਹਨੂੰ ਉਲਝਣ ਵਿੱਚ ਫਸਾਉਣ ਦੀ ਠਾਣ ਲਈ। ਉਹਨੂੰ ਇੱਧਰ ਇੱਕ ਹਫ਼ਤਾ ਹੋਰ ਰੋਕ ਲੈਨੇ ਹਾਂ। ਬੀਸਟ ਗੁੱਸੇ ਵਿੱਚ ਆਏਗਾ ਅਤੇ ਉਹਨੂੰ ਮਾਰ ਦੇਵੇਗਾ। ਦੋਨੋਂ ਭੈਣਾਂ ਬਿਊਟੀ ਕੋਲ ਜਾ ਕੇ ਰੋਣ ਲੱਗੀਆਂ ਅਤੇ ਕਿਹਾ ਕਿ ਉਹਨਾਂ ਨੂੰ ਵੱਖ-ਵੱਖ ਨਹੀਂ ਰਹਿਣਾ। ਬਿਊਟੀ ਨੇ ਫੈਸਲਾ ਕਰ ਲਿਆ ਇੱਕ ਹੋਰ ਹਫ਼ਤਾ ਉੱਥੇ ਰਹਿਣ ਦਾ। ਕੁਝ ਦਿਨਾਂ ਵਿੱਚ ਹੀ ਬਿਊਟੀ ਨੂੰ ਬੀਸਟ ਦੀ ਯਾਦ ਆਉਣ ਲੱਗ ਪਈ। ਇੱਕ ਰਾਤ ਉਹਨੇ ਬੀਸਟ ਨੂੰ ਆਪਣੇ ਗਾਰਡਨ ਵਿੱਚ ਬੇਜਾਨ ਜਿਹਾ ਪਿਆ ਹੋਇਆ ਵੇਖਿਆ। ਉਹ ਇੱਕਦਮ ਘਬਰਾ ਉੱਠੀ। ਮੈਂ ਕਿੰਨੀ ਮਤਲਬੀ ਬਣ ਰਹੀ ਹਾਂ।
ਉਹਨੇ ਉਸੇ ਵੇਲੇ ਆਪਣੀ ਮੁੰਦਰੀ ਕੱਢ ਕੇ ਰੱਖ ਦਿੱਤੀ ਅਤੇ ਅਗਲੀ ਸਵੇਰ ਉਹ ਬੀਸਟ ਦੀ ਕੈਸਲ ਵਿੱਚ ਉੱਠੀ। ਉਹ ਦਿਨ ਭਰ ਬੀਸਟ ਦਾ ਰਸਤਾ ਦੇਖਦੀ ਰਹੀ, ਪਰ ਉਹਦੀ ਕੋਈ ਖਬਰ ਨਹੀਂ। ਘੰਟੋਂ ਪਰੇਸ਼ਾਨ ਰਹੀ, ਪਰ ਬੀਸਟ ਦੀ ਕੋਈ ਖਬਰ ਨਹੀਂ। ਇੱਕਦਮ ਤੋਂ ਉਹ ਗਾਰਡਨ ਵਿੱਚ ਗਈ। ਬੀਸਟ ਉੱਥੇ ਹੀ ਪਿਆ ਸੀ, ਬਿਲਕੁਲ ਓਦਾਂ ਹੀ ਜਿੱਦਾਂ ਸੁਪਨੇ ਵਿੱਚ ਦੇਖਿਆ ਸੀ ਉਹਨੇ। ਬਿਊਟੀ ਭੱਜ ਕੇ ਗਈ ਉਹਦੇ ਕੋਲ ਅਤੇ ਉਹਨੂੰ ਗਲੇ ਲਾ ਲਿਆ। ਬੀਸਟ ਦਾ ਦਿਲ ਧੜਕ ਰਿਹਾ ਸੀ। ਉਹਨੇ ਬੜੀ ਮੁਸ਼ਕਿਲ ਨਾਲ ਅੱਖਾਂ ਖੋਲੀਆਂ ਤੇ ਕੁਝ ਕਿਹਾ। ਮੈਨੂੰ ਲੱਗਿਆ ਸੀ ਤੁਸੀਂ ਨਹੀਂ ਆਓਗੇ ਸਾਹਿਬਾ, ਤਾਂ ਹੀ ਮੈਂ ਖਾਣਾ ਪੀਣਾ ਛੱਡ ਦਿੱਤਾ ਸੀ ਤੇ ਮੈਂ ਮਰਨ ਦੀ ਉਡੀਕ ਕਰ ਰਿਹਾ ਸੀ। ਪਰ ਮੈਂ ਤਾਂ ਤੈਨੂੰ ਚਾਹੁੰਦੀ ਹਾਂ, ਤੁਸੀਂ ਮੇਰੇ ਨਾਲ ਵਿਆਹ ਕਰੋਗੇ? ਉਸੇ ਪਲ ਕੁਝ ਜਾਦੂ ਜਿਹਾ ਹੋਣ ਲੱਗਿਆ। ਕੈਸਲ ਦੀ ਖੂਬਸੂਰਤੀ 2 ਗੁਣਾ ਹੋ ਗਈ। ਬਿਊਟੀ ਨੇ ਚਮਕਦੀਆਂ ਅੱਖਾਂ ਨਾਲ ਚਾਰੋਂ ਪਾਸੇ ਵੇਖਿਆ ਅਤੇ ਫਿਰ ਜਦੋਂ ਬੀਸਟ ਵੱਲ ਮੁੜੀ ਉਹ ਤੇ ਉੱਥੇ ਇੱਕ ਗੱਭਰੂ ਜਵਾਨ ਤੇ ਸੋਹਣਾ ਪ੍ਰਿੰਸ ਸੀ। ਉਹਨੂੰ ਦੇਖਦੇ ਹੀ ਬਿਊਟੀ ਨੂੰ ਰੋਣਾ ਆ ਗਿਆ। ਤੁਸੀਂ ਕੌਣ ਹੋ? ਬੀਸਟ ਸੀ ਇੱਥੇ, ਉਹ ਕਿੱਥੇ ਗਏ? ਪ੍ਰਿੰਸ ਉੱਠ ਕੇ ਬੋਲਿਆ, ਮੈਂ ਹੀ ਉਹ ਬੀਸਟ ਹਾਂ। ਇੱਕ ਡਾਇਨ ਨੇ ਮੇਰੇ ਉੱਤੇ ਜਾਦੂ ਕਰਕੇ ਮੈਨੂੰ ਇੱਕ ਭਿਆਨਕ ਬੀਸਟ ਬਣਾ ਦਿੱਤਾ ਸੀ। ਜੇ ਤੁਸੀਂ ਮੈਨੂੰ ਵਿਆਹ ਲਈ ਨਹੀਂ ਪੁੱਛਦੇ, ਮੈਨੂੰ ਪੂਰੀ ਜ਼ਿੰਦਗੀ ਬੀਸਟ ਬਣ ਕੇ ਹੀ ਕੱਟਣੀ ਪੈਂਦੀ। ਬਿਊਟੀ ਇਹ ਸੁਣ ਕੇ ਬਹੁਤ ਖੁਸ਼ ਹੋਈ। ਸੱਚੇ ਦਿਲ ਨਾਲ ਉਹਨੂੰ ਸੱਚਾ ਪਿਆਰ ਜੋ ਮਿਲਿਆ। ਬਿਊਟੀ ਅਤੇ ਪ੍ਰਿੰਸ ਨੇ ਵਿਆਹ ਕੀਤਾ ਅਤੇ ਹਮੇਸ਼ਾ ਖੁਸ਼ੀ-ਖੁਸ਼ੀ ਰਹੇ।